Hanji, good morning everyone. My name is Deepak Gupta and I welcome you all on the classes of Career Quest Patiala. ਸੋ ਉਮੀਦ ਹੈ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਸੀਰੀਜ਼ ਫੋਲੋ ਕਰ ਰਹੇ ਹੋਵੋਗੇ। ਠੀਕ ਹੈ, ਸੋ ਇਹ ਲੈਕਚਰ ਸਟਾਰਟਿੰਗ ਦੇ ਵਿੱਚ ਹੀ ਦੱਸ ਦੇਣਾ ਚਾਹੁੰਦਾ ਹਾਂ ਕਿ ਉਦੋਂ ਹੀ ਦੇਖਿਓ ਜਦੋਂ ਤੁਸੀਂ ਇਸ ਦਾ ਪਹਿਲਾ ਪਾਰਟ ਦੇਖਿਆ ਹੋਏਗਾ। ਠੀਕ ਹੈ, ਕਿਉਂਕਿ ਇਹ ਜੋ ਲੈਕਚਰ ਹੈ ਤਾਂ ਪਟਵਾਰੀ ਦਾ ਪ੍ਰੀਲਿਮਿਨਰੀ ਐਗਜ਼ਾਮ ਹੀ ਹੈ 2021 ਦਾ, ਬਟ ਇਹ ਉਸ ਦਾ ਸੈਕਿੰਡ ਪਾਰਟ ਹੈ। ਠੀਕ ਹੈ, ਤਾਂ ਪਹਿਲਾ ਦੇਖੋ ਉਸ ਤੋਂ ਬਾਅਦ ਸੈਕਿੰਡ ਦੇਖੋ। ਵੈਸੇ ਲਿੰਕ ਤਾਂ ਕੋਈ ਵੀ ਨਹੀਂ ਹੈ। ਠੀਕ ਹੈ, ਇਸ ਦੇ ਵਿੱਚ ਆਪਾਂ ਅਰਥਮੈਟਿਕ ਕੁਐਸਚਨ ਡਿਸਕਸ ਕਰਾਂਗੇ। ਉਸ ਦੇ ਵਿੱਚ ਮਿਕਸਚਰ ਜਿਹਾ ਸੀਗਾ, ਕੁਝ ਸੀਰੀਜ਼ ਦੇ ਕੁਐਸਚਨ ਸੀਗੇ। ਠੀਕ ਹੈ, ਕੁਝ ਲੌਜੀਕਲ ਕੁਐਸਚਨ ਸੀਗੇ। ਸੋ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ ਆਪਾਂ। ਤੇ ਪਹਿਲਾ ਕੁਐਸਚਨ ਦੇਖੋ ਕਿਸ ਚੈਪਟਰ ਦਾ ਕੁਐਸਚਨ ਹੈ। Sohan bought a scooter for a certain sum of money. He spent 10% of the cost of repair and sold the scooter for a profit of rupees 1100. ਸੋ ਹੁਣ ਉਸਨੇ ਕੀ ਕਿਹਾ ਕਿ ਮੇਰਾ ਇੱਕ ਕਾਸਟ ਪ੍ਰਾਈਸ ਤੇ ਸਕੂਟਰ ਲੈ ਕੇ ਆਇਆ ਸੋਹਨ। ਠੀਕ ਹੈ, ਜਾਂ ਸੋਹਨ ਆਪਣੇ ਹੀ ਸਕੂਟਰ ਲੈ ਕੇ ਆਇਆ ਕਿੰਨੇ ਦਾ 100 ਯੂਨਿਟਸ ਦਾ, ਤੇ ਉਸਦੇ ਉੱਪਰ 10% ਖਰਚਾ ਕਰ ਰਿਹਾ ਹੈ। ਠੀਕ ਹੈ, ਤਾਂ ਉਹਨੂੰ ਸਕੂਟਰ ਐਕਚੁਅਲ ਦੇ ਵਿੱਚ ਪਿਆ ਕਿੰਨੇ ਦਾ 110 ਦਾ। ਹੀ ਸਪੈਂਟ 10% ਆਫ ਦਾ ਕਾਸਟ ਔਨ ਰਿਪੇਅਰ। ਠੀਕ ਹੈ ਜੀ, ਐਡ ਕਰਤਾ ਐਂਡ ਸੋਲਡ ਦਾ ਸਕੂਟਰ ਫॉर ਅ ਪ੍ਰੋਫਿਟ ਆਫ 1100। ਪ੍ਰੋਫਿਟ ਉਸਨੂੰ ਹੋਇਆ ਕਿੰਨਾ ਹੈ 1100 ਰੁਪਏ ਦਾ ਪ੍ਰੋਫਿਟ ਹੋਇਆ ਹੈ। ਠੀਕ ਹੈ, 1100। ਠੀਕ ਹੈ, ਫਿਰ ਉਸ ਤੋਂ ਬਾਅਦ ਉਸਨੂੰ ਪ੍ਰੋਫਿਟ ਹੋਇਆ ਵੀ ਕਿੰਨਾ ਹੈ। ਪ੍ਰੋਫਿਟ ਆ ਸੀਗਾ ਜੀ ਤੁਹਾਡਾ 20% ਦਾ। ਤੁਹਾਨੂੰ 20% ਕੁਐਸਚਨ 'ਚ ਦਿੱਤਾ ਹੋਇਆ, ਨਾਲ ਹੀ ਤੁਹਾਨੂੰ ਵੈਲਿਊ ਦਿੱਤੀ ਹੋਈ ਹੈ 1100। ਸੋ ਹੁਣ ਮੈਂ 100% ਦੀ ਵੈਲਿਊ ਕਿਵੇਂ ਕੱਢਾਂ, ਇੱਧਰ 5 ਨਾਲ ਮਲਟੀਪਲਾਈ, ਅਗਰ ਇੱਧਰ ਕੀਤਾ ਤਾਂ ਇੱਧਰ ਵੀ ਕਰ ਦੂੰਗਾ। ਠੀਕ ਹੈ, 5 ਨਾਲ ਮਲਟੀਪਲਾਈ ਕਰਕੇ ਕਿੰਨਾ ਆ ਗਿਆ ਮੇਰਾ 5500। ਠੀਕ ਹੈ, ਸੋ ਹੁਣ ਇਸ 100 ਦੇ ਨਾਲ ਇਸ ਨੂੰ ਕੰਪੇਅਰ ਨਹੀਂ ਕਰਨਾ, ਕਿਉਂਕਿ ਇਸ ਜੋ ਤੁਹਾਡੇ ਕੋਲ ਇਹ ਵੈਲਿਊ ਆਈ ਹੈ ਸੀਪੀ ਦੇ ਵਿੱਚ, ਇਹ ਤੁਹਾਡੀ ਕਿਹੜੀ ਹੈ ਐਕਚੁਅਲ ਜਿਸ ਤੇ ਸੋਹਨ ਨੇ ਬਾਈ ਕੀਤਾ ਸੀ, ਪਲੱਸ ਰਿਪੇਅਰਸ ਦੀ ਵੈਲਿਊ ਹੈ। ਬਟ ਕੁਐਸਚਨ ਦੇ ਵਿੱਚ ਆਪਣੇ ਤੋਂ ਕੀ ਪੁੱਛਿਆ ਹੈ ਕਿ ਉਸਨੇ ਕਿੰਨਾ ਖਰਚਾ ਕੀਤਾ ਹੈ ਰਿਪੇਅਰ ਦੇ ਉੱਪਰ, ਯਾਨੀ ਕਿ ਉਹ 10% ਦੀ ਵੈਲਿਊ ਪੁੱਛ ਰਹੇ ਹੈ। ਠੀਕ ਹੈ, ਸੋ ਅਗਰ 100 ਦੀ ਵੈਲਿਊ, ਜਾਂ ਅਗਰ ਆਪਾਂ ਮੰਨ ਕੇ ਚੱਲੀਏ 110 ਦੀ ਵੈਲਿਊ ਤੁਹਾਡੀ ਕਿੰਨੀ ਹੈ 5500। ਠੀਕ ਹੈ, 110 ਦੀ ਵੈਲਿਊ ਤੁਹਾਡੀ ਕਿੰਨੀ ਹੈ 5500, ਬਟ ਕੁਐਸਚਨ ਚ ਪੁੱਛੀ ਕਿਸ ਦੀ ਹੈ 10% ਦੀ ਵੈਲਿਊ, ਤਾਂ 5500 ਅਪੋਨ 110 ਇੰਟੂ 10। ਸੋ ਇਸ ਨੂੰ ਜਦੋਂ ਤੁਸੀਂ ਸੋਲਵ ਕੀਤਾ ਕਿੰਨਾ ਆ ਗਿਆ 500 ਰੁਪਏ ਖਰਚਾ ਤੁਹਾਡਾ ਹੋਇਆ ਸੀ ਰਿਪੇਅਰਸ ਦੇ ਉੱਪਰ। ਤਾਂ ਇਸ ਕੁਐਸਚਨ ਦਾ ਆਂਸਰ ਤੁਹਾਡਾ ਕਿੰਨਾ ਹੋ ਜਾਏਗਾ ਸੀ ਆਪਸ਼ਨ। ਠੀਕ ਹੈ, ਸਮਝ ਆ ਗਿਆ ਕੁਐਸਚਨ, ਦੁਬਾਰਾ ਦੇਖ ਲਓ ਇੱਕ ਵਾਰ। ਸੋਹਨ 100 ਰੁਪਏ ਦਾ ਜਾਂ 100 ਯੂਨਿਟਸ ਦਾ ਸਕੂਟਰ ਲੈ ਕੇ ਆਇਆ, 10% ਖਰਚਾ ਕਰਤਾ, ਯਾਨੀ ਕਿ ਉਸਨੂੰ ਸਕੂਟਰ ਐਕਚੁਅਲ ਦੇ ਵਿੱਚ ਪਿਆ ਕਿੰਨੇ ਦਾ 110 ਦਾ। ਠੀਕ ਹੈ, ਫਿਰ ਉਸ ਤੋਂ ਬਾਅਦ ਮੈਨੂੰ ਪ੍ਰੋਫਿਟ ਦਿੱਤਾ ਹੋਇਆ 20%, ਤੇ ਨਾਲ ਹੀ ਮੈਨੂੰ ਪ੍ਰੋਫਿਟ ਦਿੱਤਾ ਹੋਇਆ 1100। ਤਾਂ 20% ਦੀ ਵੈਲਿਊ ਕਿੰਨੀ ਹੈ 1100, ਤਾਂ 100% ਯਾਨੀ ਕਿ ਕਿੰਨੀ ਆ ਗਈ 5500। ਠੀਕ ਹੈ, 5500 ਚ ਤੁਹਾਡਾ ਸਕੂਟਰ ਦਾ ਐਕਚੁਅਲ ਪ੍ਰਾਈਸ ਵੀ ਹੈ ਤੇ ਨਾਲ ਹੀ ਰਿਪੇਅਰ ਦਾ ਖਰਚਾ ਵੀ ਹੈ। ਠੀਕ ਹੈ, ਯਾਨੀ ਕਿ ਉਹ ਇਸ 110 ਦੀ ਗੱਲ ਕਰ ਰਿਹਾ, 110 ਦੀ ਗੱਲ ਕਰ ਰਿਹਾ, ਤਾਂ ਕਿੰਨਾ ਹੋ ਗਿਆ 5500। ਤਾਂ 10 ਕੁਐਸਚਨ ਚ ਕੀ ਹੈ ਫਾਈਂਡ ਕਰਨਾ ਹੈ, ਆਪਾਂ ਕੀ ਫਾਈਂਡ ਕਰਨਾ ਹੈ ਰਿਪੇਅਰ ਦੇ ਉੱਪਰ ਕਿੰਨਾ ਖਰਚਾ ਹੋਇਆ ਹੈ। ਰਿਪੇਅਰ ਦਾ ਕਿੰਨਾ ਖਰਚਾ ਹੋਇਆ ਸੀਗਾ 10% ਕਿਸ ਦਾ ਸੀਪੀ ਦਾ, 10% 100 ਦਾ ਕਿੰਨਾ ਹੋ ਗਿਆ 10। ਤਾਂ ਆਪਾਂ ਇਸ 10 ਦੀ ਵੈਲਿਊ ਕੱਢਣੀ ਸੀ, ਜੋ ਕਿ ਸੋਲਵ ਕਰਕੇ ਕਿੰਨੀ ਹੈ ਆਪਣੇ ਕੋਲ 500, ਯਾਨੀ ਕਿ ਸੀ ਆਪਸ਼ਨ। ਠੀਕ ਹੈ, ਚਲੋ ਇਹ ਕੁਐਸਚਨ ਆਪਣਾ ਡਨ ਹੋ ਗਿਆ। ਹੁਣ ਦੂਸਰਾ ਕੁਐਸਚਨ ਦੇ ਆਨੇ ਹਾਂ ਆਪਾਂ। ਇਹ ਕੁਐਸਚਨ ਦੇਖੋ ਟਾਈਮ ਵਰਕ ਦਾ ਹੈ। ਨੀਅਰ ਅਬਾਊਟ ਪੇਪਰ ਦੇ 3 ਤੋਂ ਲੈ ਕੇ 4 ਕੁਐਸਚਨਸ ਟਾਈਮ ਐਂਡ ਵਰਕ ਦੇ ਹੀ ਆਏ ਹੋਏ ਸੀਗੇ। ਠੀਕ ਹੈ, ਸੋ ਹੁਣ ਇਹ ਕੁਐਸਚਨ ਪੜੋ। work done by A in 1 day is half of the work done by B in 1 day। ਠੀਕ ਹੈ, ਕਿਸ ਕਿਸ ਦੀ ਗੱਲ ਕਰ ਰਿਹਾ ਉਹ A ਤੇ B ਦੀ। ਠੀਕ ਹੈ, A ਤੇ B। A ਦਾ ਕੰਮ ਕਹਿੰਦਾ ਕਿੰਨਾ ਹੈ ਅੱਧਾ ਹੈ B ਤੋਂ। ਅਗਰ B 2 ਯੂਨਿਟ ਕਰਦਾ ਹੋਊਗਾ ਤਾਂ A ਕਿੰਨਾ ਕਰਦਾ ਹੈ ਉਸਦਾ ਹਾਫ, ਕਿ 1 ਯੂਨਿਟ। ਠੀਕ ਹੈ, work done by B is half of the work done by C। ਕਹਿੰਦਾ C ਜੋ ਕੰਮ ਕਰਦਾ ਹੈ ਉਹ B ਤੋਂ ਡਬਲ ਹੈ, ਜਾਂ ਫਿਰ B ਜੋ ਕੰਮ ਕਰਦਾ ਹੈ ਉਹ C ਤੋਂ ਵੀ ਕੀ ਹੈ ਅੱਧਾ। ਠੀਕ ਹੈ, ਤਾਂ ਇੱਕ ਇਹ ਰੇਸ਼ੋ ਬਣੇਗੀ ਮੇਰੇ ਕੋਲ ਐਫੀਸ਼ੀਐਂਸੀ ਦੀ। ਠੀਕ ਹੈ, ਤਾਂ A ਦੀ ਰੇਸ਼ੋ ਕਿੰਨੀ ਆ ਗਈ 1, B ਦੀ ਕਿੰਨੀ ਆ ਗਈ, C ਦੀ ਕਿੰਨੀ ਆ ਗਈ 2 ਤੇ 4। ਤਾਂ ਇਹ ਮੇਰੇ ਕੋਲ ਕਿਹੜੀ ਰੇਸ਼ੋ ਆ ਗਈ ਐਫੀਸ਼ੀਐਂਸੀ ਦੀ ਰੇਸ਼ੋ ਆ ਗਈ। ਇਫ C can complete the whole work in 7 days,
सी एक दिन च कितना करता है 4। तो फॉर्मूला की है अपने को, वर्क इज इक्वल टू एफिशिएंसी इनटू टाइम। ठीक है, टोटल वर्क करना है ਆਪਾਂ, एफिशिएंसी कितनी है 4, टाइम कितना है 7। तो जो आप मल्टीप्लाई किया तो कितना आ गया 28 यूनिट्स। ठीक है, इन हाउ मैनी डेज ए बी सी कैन टुगेदर कंप्लीट द वर्क। ठीक है, ਹੁਣ ਪੁੱਛਿਆ ਕੀ ਹੈ ਕਿ ਅਗਰ ਸਾਰਾ ਕੰਮ ਉਹ ਕਰਨਗੇ ਤਾਂ ਕਿੰਨੇ ਦਿਨ ਦੇ ਵਿੱਚ ਕਰਨ। ਤਾਂ ਹੁਣ ਅਗਰ A 1 ਕਰਦਾ ਹੈ, B ਕਰਦਾ ਹੈ 2, C ਕਰਦਾ ਹੈ 4, ਐਡ ਕਰ ਦੋ, ਐਡ ਕਰਕੇ ਕਿੰਨਾ ਹੋ ਗਿਆ 7 ਯੂਨਿਟਸ। ਠੀਕ ਹੈ, ਇਹਨਾਂ ਦੀ ਐਫੀਸ਼ੀਐਂਸੀ ਕਿੰਨੀ ਹੋਗੀ ਇੱਕ ਦਿਨ ਦੀ 7 ਯੂਨਿਟ। ਠੀਕ ਹੈ, ਕਿੰਨਾ ਕੰਮ ਆਣਾ ਹੈ ਆਪਾਂ 28। ਅਗਰ 7 ਯੂਨਿਟ ਨੂੰ ਉਹ ਇੱਕ ਦਿਨ ਲਗਾ ਰਹੇ ਨੇ, ठीक है, तो 28 यूनिट्स नु कितना टाइम लगाएंगे 1/7 इंटू 28, दैट इज 4 डेज। तो 4 डेज अपना की हो जाएगा। इस क्वेश्चन का आंसर 4 है कितने ए ऑप्शन। तो इस क्वेश्चन का आंसर कितना है ए ऑप्शन। ठीक है जी, चलो नेक्स्ट क्वेश्चन। A can complete a piece of work in 18 days, B in 20 days and C in 30 days। ठीक है, सो पहला आप लिख ही जाने हाँ जो जो थोनू गिवन है। A किन्ने दिन च काम कर रहे हैं, A B C। A कर रहे हैं 18 दिन, B कर रहे हैं 20 दिन, C कर रहा है 30 दिन। सो इन्हों का LCM या टोटल वर्क तुसी की करोगे, बड़ा नंबर चक्को ਕਿਹੜਾ ਹੈ 30 30 ਦਾ ਟੇਬਲ ਪੜਨਾ ਸ਼ੁਰੂ ਕਰ ਦੋ। ਉਦੋਂ ਤੱਕ ਪੜਨਾ ਹੈ ਜਦੋਂ ਤੱਕ ਤੁਹਾਡਾ 18 ਤੇ 20 ਉਸ ਤੇ ਕੱਟ ਨਾ ਜਾਵੇ। ਤਾਂ ਇਹਦਾ ਐਲਸੀਐਮ ਕਿੰਨਾ ਆਏਗਾ 180। 18 ਦਿਨ ਚ 180 ਕੰਮ ਕਰ ਰਿਹਾ ਤੇ ਇੱਕ ਦਿਨ ਚ ਕਿੰਨਾ ਕਰਦਾ ਹੋਊਗਾ 10 ਯੂਨਿਟ। 20 ਦਿਨ ਚ 180 ਕੰਮ ਕਰ ਰਿਹਾ ਤੇ ਇੱਕ ਦਿਨ ਚ ਕਿੰਨਾ ਕਰਦਾ ਹੋਊਗਾ 9 ਯੂਨਿਟ। 30 ਦਿਨ ਚ 180 ਕੰਮ ਕਰ ਰਿਹਾ ਤਾਂ ਇੱਕ ਦਿਨ ਚ ਕਿੰਨਾ ਕਰਦਾ ਹੋਊਗਾ 6 ਯੂਨਿਟ। ਠੀਕ ਹੈ, B and C together start the work। ਕਿਸ ਕਿਸ ਨੇ ਕੰਮ ਕਰਨਾ ਸ਼ੁਰੂ ਕੀਤਾ, B ਤੇ C। B ਇੱਕ ਦਿਨ ਚ ਕਿੰਨਾ ਕਰਦੇ 9, C ਕਿੰਨਾ ਕਰਦਾ 6। ਤਾਂ ਇੱਕ ਦਿਨ ਚ ਹੀ ਮਿਲ ਕੇ ਕਿੰਨਾ ਕੰਮ ਕਰਦੇ ਨੇ 15 यूनिट्स। ठीक है, तो 2 दिन बाद चले गए या ਉਹਨਾਂ ਤੋਂ ਕੰਮ ਛੁਡਵਾ ਦਿੱਤਾ ਗਿਆ। ठीक है, ਤਾਂ ਹੁਣ 2 दिन, अगर ਇੱਕ ਦਿਨ ਦਾ ਕੰਮ 15 ਹੈ ਤਾਂ 2 दिन ਦਾ ਕਿੰਨਾ ਹੋ ਜਾਏਗਾ 30 यूनिट्स। ठीक है, the time taken by A alone to complete the remaining work in days is। ਟੋਟਲ ਕੰਮ ਕਿੰਨਾ ਸੀ 180। 2 ਦਿਨ ਦੇ ਵਿੱਚ B ਤੇ C ਨੇ 30 ਯੂਨਿਟਸ ਕੰਮ ਕੀਤਾ ਤਾਂ ਰਿਮੇਨਿੰਗ ਕਿੰਨਾ ਆ ਗਿਆ 150 ਯੂਨਿਟਸ। ਇੱਥੇ ਤੱਕ ਕਲੀਅਰ ਹੋ ਗਿਆ। ਹੁਣ ਇਹ 150 ਕੌਣ ਕਰੇਗਾ, A ਕਰੇਗਾ ਕਿਉਂਕਿ B ਤੇ C ਤੋਂ ਕੰਮ ਛੁਡਵਾ ਦਿੱਤਾ ਗਿਆ। ਠੀਕ ਹੈ, A ਇੱਕ ਦਿਨ ਚ ਕਿੰਨਾ ਕਰਦਾ ਹੈ 10 ਯੂਨਿਟ। A ਦੀ ਐਫੀਸ਼ੀਐਂਸੀ ਕਿੰਨੀ ਹੈ 10। ਕੰਮ ਕਰਨਾ ਕਿੰਨਾ ਹੈ ਵਰਕ 150। ਸੋ ਟਾਈਮ ਦਾ ਕੀ ਫਾਰਮੂਲਾ ਹੁੰਦਾ ਵਰਕ ਅਪੋਨ ਐਫੀਸ਼ੀਐਂਸੀ। 150 अपॉन 10 ਨੂੰ ਸੋਲਵ ਕਰਕੇ ਕਿੰਨਾ ਆ ਜਾਏਗਾ 15 डेज। ठीक है, कितना आ जाएगा 15 डेज। 15 कितने है अपना सी ऑप्शन। ठीक है, देख सकते हो कितना इजी क्वेश्चन सीगा। पिछला क्वेश्चन भी अपना टाइम एंड वर्क सी, यह वाला क्वेश्चन भी अपना टाइम एंड वर्क सी। चलो ਹੁਣ ਇਹ क्वेश्चन करके देखो, ये भी बहुत ज़्यादा ईजी क्वेश्चन है। ठीक है, टाइम ਆਪਾਂ ਨੂੰ ਇੱਥੇ ਦੇਖਣ ਦੇ ਵਿੱਚ ਆਪਾਂ ਨੂੰ ਲੱਗ ਰਿਹਾ ਕਿ ਇਹ ਟਾਈਮ ਸਪੀਡ ਡਿਸਟੈਂਸ ਦਾ ਹੋਏਗਾ, ਬਟ ਆਪਾਂ ਇਸ ਨੂੰ ਬਿਨਾਂ ਕਿਸੇ ਫਾਰਮੂਲੇ ਤੋਂ ਯੂਨਿਟਰੀ ਮੈਥਡ ਦੇ ਨਾਲ ਹੀ ਕਰ ਦਾਂਗੇ। ਠੀਕ ਹੈ, ਦੇਖੋ ਐਨ ਐਰੋਪਲੇਨ flies twice as fast as train which covers 60 किलोमीटर in 80 मिनट। 60 किलोमीटर जा रही है ट्रेन, 60 किलोमीटर जा रही है किन्ने टाइम ਦੇ ਵਿੱਚ 80 ਮਿੰਟ ਚ। ठीक है, बट ਆਪਾਂ ਨੂੰ ਤਾਂ ਸਪੀਡ ਜਾਂ ਤਾਂ ਮੀਟਰ ਪਰ ਸੈਕਿੰਡ ਦੇ ਵਿੱਚ ਚਾਹੀਦੀ ਹੈ ਜਾਂ ਫਿਰ ਕਿਲੋਮੀਟਰ ਪਰ ਆਵਰ ਦੇ ਵਿੱਚ ਚਾਹੀਦੀ। ਠੀਕ ਹੈ, ਤਾਂ ਹੁਣ ਮੈਂ ਟ੍ਰੇਨ ਦੀ ਗੱਲ ਕਰ ਰਿਹਾ। ट्रेन की अगर मैं गल करी 60 मिनट च कितना जा रही है 80 मिनट जा रही है 60, तो 60 मिनट च कितना जा 60 अपॉन 80 इंटू 60, 0 नाल 0 कट गया कितना आ गया 360 अपॉन 8 ते कितना आ जाएगा 45 किलोमीटर पर आवर। ये चीज़ क्लीयर होगी। सो हुण उस तो बाद मैनू की क्या है, एन एरोप्लेन फ्लाइज ट्वाइस एज फास्ट एज ट्रेन। ठीक है, यानी कि जो थोड़ी एरोप्लेन की स्पीड है वो थोड़ी ट्रेन की स्पीड के नालों की है डबल है। 39 का डबल कितना हो गया
90 किलोमीटर पर आवर। इतने तक क्लियर हो गया, ठीक है। तो व्हाट डिस्टेंस इन किलोमीटर विल द एरोप्लेन कवर इन 20 मिनट। तो हुण एरोप्लेन की स्पीड आ गई अपने कोल कि 60 मिनट च कितना जाएगा, 90। पूछिए कि है क्वेश्चन च कि 20 मिनट च दसो कितना जाएगा। तो कुछ एवें कर सकते हैं यूनिटरी मैथड नाल, 90/60 इंटू 20। ਜਦੋਂ ਤੁਸੀਂ ਇਸ ਨੂੰ ਸੋਲਵ ਕਰੋਗੇ 15 इंटू 2 ਕਿੰਨਾ ਹੋ ਗਿਆ, 30 ਕਿਲੋਮੀਟਰ ਜਾਏਗੀ, ਜੋ ਕੁਐਸਚਨ ਦੇ ਵਿੱਚ ਪੁੱਛਿਆ ਹੋਇਆ, ਠੀਕ ਹੈ। ਸੋ 30 ਕਿਲੋਮੀਟਰ ਕਿੱਥੇ ਹੈ, ਇਹ ਆਪਸ਼ਨ। ਇਸ ਕੁਐਸਚਨ ਦਾ ਆਨਸਰ ਕਿਹੜਾ ਹੋ ਜਾਏਗਾ, ਇਹ ਆਪਸ਼ਨ, ਠੀਕ ਹੈ। ਚਲੋ ਨੈਕਸਟ ਕੁਐਸਚਨ। पढ़ो एक बार क्वेश्चन। ए एंड बी आर टू स्टेशन 10 किलोमीटर अपार्ट, ठीक है। सो नाल नाल आप इत्थे डायग्राम बनाई जाते हैं। ए ते बी दी गल हो रही है, ठीक है। ए ते बी दी अगर गल हो रही है, ए ते बी दो स्टेशंस ने, किन्ने किलोमीटर अपार्ट ने, 10 किलोमीटर, ठीक है। फिर उस तो बाद मैन पी स्टार्ट्स फ्रॉम ए, पी ने चलना शुरू किया ए तो किस डायरेक्शन दे विच, बी दे वल, ठीक है। ते किन्नी स्पीड ते जा रहा है, 3 किलोमीटर पर आवर दी स्पीड ते। वेयर एज अनदर मैन क्यू स्टार्ट्स फ्रॉम बी एंड ट्रेवल टूवर्ड्स ए एट द रेट ऑफ 2 किलोमीटर पर आवर, ठीक है। तो क्यू दी तरफ जा रहा है कितनी स्पीड ते, 2 दी स्पीड ते, ठीक है। क्यू जा रहा है ए दी तरफ, ठीक है। उस तो बाद फाइंड की करना है वैन एंड वेयर डू दे मीट। तो किते इत्थे क मिलने होणगे, है ना। इत्थे आपां किस की नाम दे दिंदे हां, मीटिंग पॉइंट, मीटिंग पॉइंट होएगा, ठीक है। सो हुण तुहानूं ये चीज़ पता होनी चाहिए है कि जदों ऑपोजिट डायरैक्शन दे विच दो बंदे या दो कार या दो ट्रेन मूव कर रही होण तो तुहाडी जो स्पीड लगेगी रिलेटिव स्पीड लगेगी। तो रिलेटिव स्पीड भी किहड़ी लगेगी, पी दी स्पीड प्लस क्यू दी स्पीड हो जाएगी, ठीक है। क्योंकि वो जल्दी मिलणगे तो हुण इन्हां दी स्पीड कितनी आ गई, 5 किलोमीटर पर आवर। इत्थे तक समझ आ गया। सो हुण जिन्ने टाइम दे विच पी ए तो लैके किते मीटिंग पॉइंट तक पहुंचा होएगा, उन्ने टाइम दे विच क्यू बी तो लैके मीटिंग पॉइंट तक पहुंचा होएगा, ठीक है। यानी कि टाइम दोनों का की है, सेम। बट टाइम लग्या कितना, तो हुण आपां टाइम का फॉर्मूला लगा दो, डिस्टेंस अपॉन स्पीड। स्पीड भी केड़ी लगेगी, रिलेटिव स्पीड, ठीक है। डिस्टेंस कितना है 10 किलोमीटर, रिलेटिव स्पीड कितनी है 5, तो टाइम कितना लग्या जी 2 घंटे, ठीक है। तो हुण पहले तो तुसीं ये 2 घंटे कित्थे कित्थे है, एक आ सी एक आ सी, बट हुण आपां नूं की पता आंसर किहड़ा होएगा। तो यानी कि हुण आपां नूं डिस्टेंस भी देखना पएगा, ठीक है। हुण पी दी स्पीड कितनी सी 3, अगर 1 घंटे च 3 है तो 2 घंटे च कितनी होएगी 6, ठीक है। टोटल डिस्टेंस 10 सी, 10 ਦੇ ਵਿੱਚੋਂ 6 पी ने कवर किया तो ये कितना करेगा 4। तो हुण तुसीं देख लो, आफ्टर 2 आवर्स 6 किलोमीटर फ्रॉम स्टेशन ए, हाँ यही लग रहा है। उस तो बाद अगला की सीगा, सॉरी फॉर द इंटरप्शन अगेन। चलो जी अगे की सीगा फिर अपने को, आफ्टर 2 आवर्स 4 किलोमीटर फ्रॉम स्टेशन ए। 4 किलोमीटर तो किसी भी हाल च नहीं है, ठीक है। तो इस क्वेश्चन का आंसर थोड़ा केड़ा हो जाएगा, ए ऑप्शन, ठीक है। सो एवें भी तुसी ध्यान रखना है, कला 2 आवर्स कट के नहीं टिक लगा देना, सारे ऑप्शंस भी एक बार अच्छी तरह देखने हैं। चलो यह क्वेश्चन भी बहुत ज़्यादा ईजी है, ट्रेन्स का क्वेश्चन है, ठीक है। थोड़ा जो फॉर्मूला लगेगा इस केड़ा फॉर्मूला लगेगा, देखो अ ट्रेन रनिंग एट द स्पीड ऑफ 60 किलोमीटर पर आवर क्रॉसेस अ 200 मीटर लॉन्ग प्लेटफॉर्म इन 27 सेकंड। व्हाट इज द लेंथ ऑफ द ट्रेन, ठीक है। सो क्वेश्चन दे विच मैनू जो गिवन है पहले उसमें लिख लो, स्पीड कितनी है 60 किलोमीटर पर आवर। इसनों आपां नूं कन्वर्ट करना पऊगा मीटर पर सैकेंड दे विच, क्योंकि टाइम सैकेंड्स दे विच है ते
ਜੋ ਡਿਸਟੈਂਸ ਉਹ ਮੀਟਰ ਦੇ ਵਿੱਚ ਹੈ, ਠੀਕ ਹੈ। ਤਾਂ ਜੋ ਸ਼ਾਰਟ ਟ੍ਰਿਕ ਤੁਹਾਨੂੰ ਪਤਾ ਹੋਊਗੀ ਕਿੰਨੀ ਕੀ ਹੁੰਦੀ ਹੈ, 5/18 ਦੇ ਨਾਲ ਮਲਟੀਪਲਾਈ ਕਰ ਲਓ। ਇਸ ਨੂੰ ਹਾਲੇ ਪੂਰਾ ਕੱਟਣ ਦੀ ਜ਼ਰੂਰਤ ਨਹੀਂ ਹੈ, ਠੀਕ ਹੈ। ਇੱਥੇ ਕਿੰਨਾ ਆਏਗਾ ਉੱਪਰ 300 upon 18, ਠੀਕ ਹੈ। ਸੋ ਹੁਣ ਵਟ ਇਜ਼ ਦ ਲੈਂਥ ਆਫ ਦ ਟ੍ਰੇਨ। ਸੋ ਹੁਣ ਤੁਹਾਨੂੰ ਇਹ ਚੀਜ਼ ਵੀ ਪਤਾ ਹੋਣੀ ਚਾਹੀਦੀ ਹੈ, ਬ੍ਰਿਜ ਹੈ ਜਾਂ ਪਲੇਟਫਾਰਮ ਹੈ, ਟ੍ਰੇਨ ਦੀ ਲੈਂਥ ਉਸ ਦੇ ਵਿੱਚ ਪਲੱਸ ਹੋਏਗੀ ਤਾਂ ਹੀ ਥੋੜਾ ਜਾ ਕੇ ਕੀ ਬਣੇਗਾ, ਡਿਸਟੈਂਸ ਬਣੇਗਾ, ਠੀਕ ਹੈ। ਸੋ ਫਾਰਮੂਲਾ ਕਿਹੜਾ ਲਗਾਵਾਂਗੇ ਆਪਾਂ, ਡਿਸਟੈਂਸ ਇਜ਼ ਇਕੁਅਲ ਟੂ ਸਪੀਡ ਇਨਟੂ ਟਾਈਮ। ਡਿਸਟੈਂਸ ਕਿੰਨਾ ਹੈ ਪਲੇਟਫਾਰਮ ਦਾ, 200, ਵਿੱਚ ਟ੍ਰੇਨ ਦਾ ਮੈਨੂੰ ਨਹੀਂ ਪਤਾ ਤਾਂ ਮੈਂ ਕੀ ਲੈਟ ਕਰ ਲਿਆ, x। ਸਪੀਡ ਕਿੰਨੀ ਕੈਲਕੂਲੇਟ ਕੀਤੀ ਹੈ ਆਪਾਂ, ਮੀਟਰ ਪਰ ਸੈਕਿੰਡ ਦੇ ਵਿੱਚ 300 upon 18। ਟਾਈਮ ਕਿੰਨਾ ਲੱਗ ਰਿਹਾ ਹੈ ਕੁਐਸਚਨ ਦੇ ਵਿੱਚ, 27, ਠੀਕ ਹੈ। 2 3 150, ਠੀਕ ਹੈ। ਇੱਥੇ ਕਿੰਨਾ ਆ ਜਾਏਗਾ, 200 प्लस x इज इक्वल टू 150 इंटू 3 कितना हो गया, 450। x की वैल्यू थोड़ी कितनी आ जाएगी माइनस करके 200 मीटर। सो x की चीज सी अपनी 250 मीटर। सो x की चीज सी अपनी लेंथ ऑफ ट्रेन, पूछे भी की है फाइंड द लेंथ ऑफ द ट्रेन। ऑप्शन केड़ा हो जाएगा, सी ऑप्शन, ठीक है, 250 मीटर, ठीक है। जनरली स्टूडेंट्स ਨੂੰ ਇਹ ਸਟੈਪ ਹੈ ਜੋ ਸਮਝ ਨਹੀਂ ਆਉਂਦਾ ਕਿ ਡਿਸਟੈਂਸ ਬਣਦਾ ਕਿਵੇਂ ਹੈ, ਠੀਕ ਹੈ। ਤਾਂ ਇਸ ਚੀਜ਼ ਦਾ ਧਿਆਨ ਰੱਖਣਾ, ਦੋ ਟ੍ਰੇਨਸ ਹੋਣ ਤਾਂ ਉਹਨਾਂ ਦੀ ਲੈਂਥ ਪਲੱਸ ਹੋ ਕੇ ਤੁਹਾਡਾ ਡਿਸਟੈਂਸ ਬਣੇਗਾ। ਇੱਕ ਟ੍ਰੇਨ ਹੋਵੇ, ਇੱਕ ਪਲੇਟਫਾਰਮ ਹੋਵੇ ਤਾਂ ਉਹਨਾਂ ਦੀ ਲੈਂਥ ਵੀ ਪਲੱਸ ਹੋਏਗੀ। ਇੱਕ ਟ੍ਰੇਨ ਹੋਵੇ, ਬ੍ਰਿਜ ਹੋਵੇ ਤਾਂ ਉਹਨਾਂ ਦੀ ਲੈਂਥ ਵੀ ਕੀ ਹੋਏਗੀ, ਪਲੱਸ ਹੋਏਗੀ, ਠੀਕ ਹੈ। ਚਲੋ ਅਗਲਾ क्वेश्चन, what will be the difference between simple interest and compound interest on a sum of rupees 15,000 for 2 years at the same rate of interest of 12% per annum, ठीक है। तो बहुत ईजी क्वेश्चन है। जनरली इस टाइप वास्ते एक फॉर्मूला होंगे अपने को, फॉर्मूला लगा दोगे तो क्वेश्चन ज़्यादा ईजी हो जाएगा। सो हुण डिफरेंस अगर आप कढ़ना है वो भी कितने सालों का, 2 साल का। की फॉर्मूला है, P इंटू आर स्क्वायर अपॉन 100 द स्क्वायर, ठीक है। सो हुण वैल्यूज की गिवन ने अपने को, प्रिंसीपल दिता होया है कितना, 15,000, ठीक है। प्रिंसीपल रेट कितना है, रेट कितना है तुसी देखो क्वेश्चन दे विच 12% दिता होया। सो 12 यानी कि आर दा स्क्वायर है, यानी कि 12 कितनी बार आ गया, 2 बार। तो नीचे की आएगा 100 इंटू 100, ठीक है। कुछ यही बचेगा। हूँ अगर आप इसकी भी कटिंग कर दिए फर्दर, 5 के टेबल से 2 3 6, ठीक है। सो यही आएगा। सो हूँ की बचे अपने को 3 इंटू 6 इंटू 12, ये कितना हो गया 18 इंटू 12। इसनू मल्टीप्लाई करके थोड़ा कितना आ जाएगा 216, यानी कि ए ऑप्शन, ठीक है। सो इस क्वेश्चन को आप एवें ही करना है। ਹੁਣ ਇੱਕ ਐਕਸਟਰਾ ਗੱਲ ਜੋ ਮੇਰੇ ਦਿਮਾਗ ਦੇ ਵਿੱਚ ਆ ਰਹੀ ਹੈ ਦੱਸ ਦੇਣਾ। ਡਿਫਰੈਂਸ ਇਹ ਤਾਂ ਸੀਗਾ 2 ਸਾਲ ਦਾ, ਬਾਈ ਚਾਂਸ ਪੇਪਰ ਦੇ ਵਿੱਚ ਤੁਹਾਨੂੰ ਆ ਜੇ ਡਿਫਰੈਂਸ 3 ਸਾਲ ਦਾ, ਠੀਕ ਹੈ। ਤਾਂ ਉਸ ਤੋਂ ਬਾਅਦ ਤੁਸੀਂ ਕਿਵੇਂ ਕਰੋਗੇ, ਦੇਖੋ ਡਿਫਰੈਂਸ ਅਗਰ ਆਪਾਂ ਨੂੰ 3 ਸਾਲ ਦਾ ਆ ਗਿਆ ਤਾਂ ਫਾਰਮੂਲਾ ਜੋ ਤੁਸੀਂ ਯੂਜ਼ ਕਰੋਗੇ, ਕੀ ਫਾਰਮੂਲਾ ਹੋਏਗਾ, P R स्क्वायर अपॉन 100 ਦਾ ਸਕੁਆਇਰ ਤਾਂ ਕਾਮਨ ਹੀ ਰਹੇਗਾ ਦੋਨਾਂ ਦੇ ਵਿੱਚ। ਇਸ ਦੇ ਵਿੱਚ ਜੋ ਤੁਹਾਡਾ ਐਡ ਹੋ ਜਾਏਗਾ ਕੀ ਹੋ ਜਾਏਗਾ, 300 प्लस R अपॉन 100, ठीक। तो जो अपना ये फॉर्मूला है 3 साल का डिफरेंस अगर फाइंड करना होएगा सिंपल इंटरेस्ट से कंपाउंड इंटरेस्ट ਦੇ ਵਿੱਚ, ਉਦੋਂ ਆਪਾਂ ਇਹ ਫਾਰਮੂਲਾ ਲਗਾ ਦਾਂਗੇ, ठीक है। चलो नेक्स्ट क्वेश्चन। ਹੁਣ ਇਹ ਵਾਲਾ ਜੋ क्वेश्चन है इसनू लिख के ਆਪਾਂ नहीं करना, क्योंकि पेपर ਦੇ ਵਿੱਚ ਅਗਰ ਆਪਾਂ ਇਸ ਨੂੰ ਲਿਖਣ ਲੱਗੇ ਹੋ ਸਕਦਾ ਹੈ ਕਿ ਤੁਹਾਡੇ ਤੋਂ ਸੋਲਵ ਨਾ ਹੋਵੇ, ਠੀਕ ਹੈ। ਇਸ ਨੂੰ ਪ੍ਰੈਕਟੀਕਲੀ ਸਮਝਣ ਦੀ ਕੋਸ਼ਿਸ਼ ਕਰੋ, ਠੀਕ ਹੈ। ਕਿਵੇਂ ਦੇਖੋ, ਇਫ ਐਨ ਅਮਾਉਂਟ ਡਬਲਸ ਇਨ 6 ਇਅਰਸ, ਠੀਕ ਹੈ। ਹੁਣ ਅਗਰ ਮੈਂ ਤੁਹਾਨੂੰ ਇਸ ਨੂੰ ਲਿਖ ਕੇ ਵੀ ਸਮਝਾਵਾਂ ਤਾਂ ਬਹੁਤ ਜ਼ਿਆਦਾ ਡਿਫਿਕਲਟ ਹੋ ਜਾਏਗਾ ਤੁਹਾਨੂੰ ਸਮਝਣਾ, ਠੀਕ ਹੈ। ਬਟ ਦਿਮਾਗ ਹੁਣ ਜੋ ਤੁਹਾਡਾ ਹੈ ਉਹ ਇसी अपना स्क्रीन के ऊपर होना चाहिए है, ठीक है। देखो इफ एन अमाउंट डबल्स इन 6 ईयर्स, अगर मैं 1 रुपया लगाया मेरे को पैसा कितना हो गया
2 ਗੁਣਾ ਕਿੰਨੇ ਸਾਲ ਦੇ ਵਿੱਚ? 6 ਸਾਲ ਵਿੱਚ। ਠੀਕ ਹੈ, ਕੁਝ ਇਹੀ ਹੋਊਗਾ ਨਾ। ਤਾਂ ਹੁਣ ਅਗਰ ਮੈਂ 6 ਨੂੰ ਬ੍ਰੇਕ ਕਰਦਾ 2 4 6 ਤਾਂ 2 ਸਾਲ 4 ਸਾਲ 6 ਸਾਲ, क्या कुछ ऐसा ही होगा? अगर मैं ਇੱਥੇ ਪੈਸਾ ਲਗਾਇਆ ਕਿੰਨਾ ਹੋ ਗਿਆ ਜੀ? 6 ਸਾਲ ਵਿੱਚ ਡਬਲ ਹੋਇਆ। ਠੀਕ ਹੈ, ਡਬਲ ਇਨ ਦਾ ਸੈਂਸ 1 ਰੁਪਇਆ ਲਗਾਇਆ ਕਿੰਨਾ ਹੋ ਗਿਆ? 2 ਰੁਪਏ। ਤਾਂ ਕਿੰਨਾ ਵਿਆਜ ਮਿਲਿਆ? 1 ਰੁਪਇਆ। ਤਾਂ ਹੁਣ 1 ਰੁਪਇਆ ਤੁਹਾਨੂੰ 6 ਸਾਲਾਂ ਦੇ ਵਿੱਚ ਮਿਲਿਆ ਹੈ। ਠੀਕ ਹੈ, ਤਾਂ ਇਸ ਦੇ ਕਿੰਨੇ ਹਿੱਸੇ ਕਰ ਦਈਏ ਆਪਾਂ? 3 ਹਿੱਸੇ ਕਰ ਦਈਏ। ਤਾਂ ਇੱਥੇ ਕਿੰਨਾ ਮਿਲਿਆ ਹੋਏਗਾ? ਕੁਝ 1/3। ਇੱਥੇ ਕਿੰਨਾ ਮਿਲਿਆ ਹੋਏਗਾ? 1/3। ਇੱਥੇ ਕਿੰਨਾ ਮਿਲਿਆ ਹੋਏਗਾ? 1/3। ਇਹ ਚੀਜ਼ ਸਮਝ ਆ ਗਈ? ਠੀਕ ਹੈ, ਹੁਣ ਅਗਰ ਮੈਂ ਸਭ ਨੂੰ ਜੋੜਦਾ ਤਾਂ ਹੀ ਮੇਰੇ ਕੋਲ ਜਾ ਕੇ 1 ਰੁਪਇਆ ਵਿਆਜ ਬਣੇਗਾ ਨਾ। ਠੀਕ ਹੈ, ਤਾਂ ਹੁਣ ਇੱਥੇ ਤੱਕ ਮੈਨੂੰ ਕਿੰਨਾ ਮਿਲ ਗਿਆ 2 ਸਾਲ ਦੇ ਵਿੱਚ? 1/3। ਹੁਣ ਆਪਾਂ ਗੱਲ ਕਰਦੇ ਹਾਂ ਹਾਊ ਮਚ ਵਿਲ ਇਟ ਬੀ ਇਨ 8 ਈਅਰਸ। ਤਾਂ ਹੁਣ ਅੱਗੇ 8 ਸਾਲ ਦੇ ਵਿੱਚ ਕਿੰਨਾ ਹੋਏਗਾ ਫਿਰ ਤੁਹਾਡਾ? ਦੁਬਾਰਾ ਫਿਰ ਸੀਰੀਜ਼ ਸ਼ੁਰੂ ਹੋ ਜਾਏਗੀ 1/3। ਠੀਕ ਹੈ, 1/3 ਨੂੰ ਤੁਸੀਂ ਹੁਣ ਅਗਰ ਸਾਰੇ ਨੂੰ ਜੋੜ ਦੋਗੇ, ਅਗਰ ਮੈਂ ਇੱਥੇ 1 ਰੁਪਇਆ ਲਗਾਇਆ 1/3 ਵਿਆਜ ਮਿਲ ਗਿਆ, 1/3 ਮਿਲ ਗਿਆ, 1/3 ਮਿਲ ਗਿਆ, ਆਖਿਰ 'ਚ ਫਿਰ 1/3 ਮਿਲ ਗਿਆ। ਸਭ ਨੂੰ ਜੋੜ ਕੇ ਤੁਹਾਡਾ ਕਿੰਨਾ ਆ ਜਾਏਗਾ? 4/3। ਠੀਕ ਹੈ, ਤਾਂ 4/3 ਨੂੰ ਤੁਸੀਂ ਕਿਵੇਂ ਲਿਖ ਸਕਦੇ ਹੋ? 1/3 ਟਾਈਮਸ। ਠੀਕ ਹੈ, ਸੋ 1/3 ਟਾਈਮਸ ਕਿੱਥੇ ਆ ਤੁਹਾਡਾ ਇਹ ਆਪਸ਼ਨ? ਬੀ ਆਪਸ਼ਨ। ਤਾਂ ਇਸ ਕੁਐਸਚਨ ਦਾ ਆਨਸਰ ਕਿੰਨਾ ਹੋ ਗਿਆ? ਬੀ ਆਪਸ਼ਨ। ਤਾਂ ਇਸ ਨੂੰ ਤੁਸੀਂ ਐਵੇਂ ਹੀ ਲੌਜੀਕਲੀ ਸੋਚ ਕੇ ਕਰਨਾ ਹੈ। नहीं एक बार से समझ आएगा तो वीडियो ने 2-3 बार जरूर देखना है इस क्वेश्चन ਲਈ ताकि कॉन्सेप्ट क्लियर हो जाए, क्योंकि इस थोड़ा जा लॉजिक लगता है। सो ਹੁਣ ਅੱਗੇ a person invest money in 3 different schemes for 6 years, 10 years and 12 years at 10%, 12% and 15% simple interest respectively. At the completion of each scheme he gets the equal interest। ठीक है, ਹੁਣ ਮੈਨੂੰ ਨਹੀਂ ਪਤਾ ਕਿ ਇਹਨਾਂ ਨੇ ਕਿੰਨਾ ਕਿੰਨਾ ਪ੍ਰਿੰਸੀਪਲ ਲਗਾਇਆ। ਠੀਕ ਹੈ, ਮੈਨੂੰ ਨਹੀਂ ਪਤਾ ਕਿ ਇਹਨਾਂ ਨੇ ਕਿੰਨਾ ਕਿੰਨਾ ਪ੍ਰਿੰਸੀਪਲ ਲਗਾਇਆ। ਤਾਂ ਮੈਂ ਮੰਨ ਲਾਂ ਕਿ ਮੇਰੀ ਜੋ ਸਕੀਮ 1 ਹੈ ਉਸ ਦੇ ਵਿੱਚ ਮੈंने ਕਿੰਨਾ ਪੈਸਾ ਲਗਾਇਆ? A। ਠੀਕ ਹੈ, ਕਿੰਨੇ ਟਾਈਮ ਨੇ ਲਗਾਇਆ? 6 ਸਾਲ ਲਈ। ਕਿੰਨੇ ਰੇਟ ਤੇ ਲਗਾਇਆ? 10%। ਠੀਕ ਹੈ, ਸਿੰਪਲ ਇੰਟਰਸਟ ਆ ਗਿਆ। ਇੱਥੋਂ ਜੋ ਮੇਰਾ ਇੰਟਰਸਟ ਆਇਆ ਉਹ ਕਿਸ ਦੇ ਬਰਾਬਰ ਹੈ? ਜੋ ਤੁਸੀਂ ਸਕੀਮ ਬੀ ਦੇ ਵਿੱਚ ਇੰਟਰਸਟ ਗੇਨ ਕਰੋਗੇ। ਠੀਕ ਹੈ, 10 ਸਾਲ ਲਈ ਕਿੰਨੇ ਪਰਸੈਂਟ ਰੇਟ ਤੇ? 12% ਰੇਟ ਤੇ। ਕੁਝ ਇਹੀ ਆਏਗਾ। ਹੁਣ ਜੋ ਇੱਥੋਂ ਦੀ ਇੰਟਰਸਟ ਆਇਆ ਉਹ ਤੁਹਾਡਾ ਸੀ ਦੇ ਸਕੀਮ ਦੇ ਵਿੱਚ ਤੁਸੀਂ ਪੈਸਾ ਲਗਾਇਆ ਹੋਏਗਾ ਕਿੰਨੇ ਸਾਲ ਲਈ? 15% ਰੇਟ ਤੇ। ਕਿੰਨਾ ਆ ਗਿਆ? 100 ਸਭ ਦਾ ਕੱਟ। ਸੋ ਇੱਥੇ ਕਿੰਨਾ ਆ ਗਿਆ? 60 A is equal to 120 B is equal to 180 C। ਠੀਕ ਹੈ, तो इस ਚੀਜ਼ ਦਾ ਧਿਆਨ ਰੱਖਿਓ। ਇਹ 15 ਹੈ, ਜਲਦੀ ਦੇ ਵਿੱਚ 5 ਨੂੰ 6 ਹੀ ਲਿਖਿਆ ਜਾਂਦਾ ਹੈ। ਠੀਕ ਹੈ, ਇੱਥੇ ਤੱਕ ਸਮਝ ਆ ਗਿਆ। ਤਾਂ ਹੁਣ ਆਪਾਂ ਰੇਸ਼ੋ, ਇੱਥੋਂ ਦੀ ਰੇਸ਼ੋ ਆਪਾਂ ਕੱਢਾਂਗੇ ਕਿਵੇਂ? ਕਿਆ ਮੈਂ A ਨੂੰ ਐਵੇਂ ਲਿਖ ਸਕਦਾ 1/60, B ਨੂੰ ਐਵੇਂ ਲਿਖ ਸਕਦਾ ਹਾਂ 1/20, C ਨੂੰ ਐਵੇਂ ਲਿਖ ਸਕਦਾ ਹਾਂ 1/180। ਠੀਕ ਹੈ, ਸੋ ਹੁਣ ਆਪਾਂ ਐਲਸੀਐਮ ਲਵਾਂਗੇ 60, 120, 180 ਦਾ। ਕਿੰਨਾ ਐਲਸੀਐਮ ਹੋਏਗਾ ਤੁਸੀਂ ਦੱਸੋ ਜ਼ਰਾ? 360। 60 ਨੂੰ 360 ਬਣਾਉਣਾ 6 ਨਾਲ, 120 ਨੂੰ 360 ਬਣਾਉਣਾ ਹੈ ਤਾਂ ਕਿੰਨਾ ਕਰੂੰਗਾ? 3 ਨਾਲ, 180 ਨੂੰ 360 ਬਣਾਉਣਾ ਹੈ ਤਾਂ 2। ਤਾਂ ਮੇਰੇ ਕੋਲ ਰੇਸ਼ੋ ਕਿੰਨੀ ਆ ਗਈ? ਠੀਕ ਹੈ, ਇਹਨਾਂ ਦੀ ਇਨਵੈਸਟਮੈਂਟ ਦੀ 6, 3, 2। ਤਾਂ ਹੁਣ 6, 3, 2 ਕਿਹੜਾ ਆਪਸ਼ਨ ਹੈ? ਡੀ ਆਪਸ਼ਨ। ਇਸ ਕੁਐਸਚਨ ਦਾ ਆਨਸਰ ਵੀ ਆਪਣੇ ਕੋਲ ਕਿਹੜਾ ਹੋ ਜਾਏਗਾ? ਡੀ ਆਪਸ਼ਨ। ठीक है जी, समझ आ रहा है? बोरिंग तो नहीं हो रही वीडियो? अगर बोरिंग हो रही है तो उस थोड़ी गलती है कि थोड़ा पढ़ाई ਦੇ ਵਿੱਚ ਦਿਮਾਗ नहीं लग रहा। ठीक है, चलो ਹੁਣ ਅਗਲਾ क्वेश्चन ਤੇ ਹੋਪਫੁਲੀ ਅੱਜ ਦੀ ਕਲਾਸ ਦਾ ਲਾਸਟ क्वेश्चन ਹੋਏਗਾ। ਦੇਖੋ क्वेश्चन, what would be the compound interest accrued on an amount of rupees 8400 at the rate 12.5% per annum at the end of 3 years। ਠੀਕ ਹੈ, ਹੁਣ ਜਿਵੇਂ ਮੈਂ ਇਸ ਨੂੰ ਆਫਲਾਈਨ ਬੈਚਿਸ ਦੇ ਵਿੱਚ ਕਰਵਾਉਣਾ, ਕਿਵੇਂ ਕਰਵਾਉਣਾ? 12.5% ਨੂੰ ਮੈਂ ਕਿਵੇਂ ਲਿਖ ਸਕਦਾ? परसेंट रिमूव करके नीचे की लग गया 100,
फिर पॉइंट रिमूव करके नीचे की लग गया 0। ठीक है, इसनों मैं कटिंग करके मेरे को कितना आ गया 1/8। ये आ गई मेरे को फ्रैक्शन। ਤਾਂ ਹੁਣ ਕਹਿਣਾ ਕੀ ਚਾਹ ਰਿਹਾ ਮੈਂ ਕਿ ਪ੍ਰਿੰਸੀਪਲ ਅਗਰ ਮੈਨੇ 8 ਲਗਾਇਆ ਤਾਂ 1 ਸਾਲ ਦੇ ਆਖਰੀ ਦੇ ਵਿੱਚ ਮੈਨੂੰ ਕਿੰਨਾ ਮਿਲੇਗਾ 9। 9 ਕਿਵੇਂ ਆ ਗਿਆ ਕਿਉਂਕਿ ਇਹ 1 ਰੁਪਿਆ ਕੀ ਹੈ ਵਿਆਜ ਹੈ। ਠੀਕ ਹੈ, ਦੂਸਰੇ ਸਾਲ ਵੀ ਮੈਂ ਆਪਣੇ ਵੱਲੋਂ ਤਾਂ 8 ਲਗਾਇਆ ਲੇਕਿਨ ਕਿੰਨਾ ਮਿਲਿਆ 9। ਤੀਸਰੇ ਸਾਲ ਵੀ ਮੈਂ ਆਪਣੇ ਵੱਲੋਂ ਤਾਂ 8 ਲਗਾਇਆ ਲੇਕਿਨ ਮਿਲਿਆ ਕਿੰਨਾ 9। ਤਾਂ ਜਿੰਨੇ ਸਾਲ ਨੇ ਉਨੇ ਟਾਈਮਸ ਤੁਸੀਂ ਇਸ ਨੂੰ ਲਿਖ ਦੋਗੇ। ਤਾਂ 8 into 8 64। ਫਿਰ ਅੱਗੇ ਇਸ ਦਾ ਕਿਊਬ ਦੇਖੋ। ਠੀਕ ਹੈ, 9 ਦਾ ਕਿਊਬ ਕਿੰਨਾ ਹੁੰਦਾ 729। ਠੀਕ ਹੈ, ਪ੍ਰਿੰਸੀਪਲ ਕਿੰਨਾ ਸੀ, ਅਮਾਉਂਟ ਕਿੰਨੀ ਹੈ, ਪ੍ਰਿੰਸੀਪਲ ਹੈ 512, ਅਮਾਉਂਟ ਕਿੰਨੀ ਹੈ 729। ਤਾਂ ਇਹਨਾਂ ਦਾ ਜੋ ਡਿਫਰੈਂਸ ਹੋਏਗਾ ਉਹ ਤੁਹਾਡਾ ਕੀ ਹੋਏਗਾ ਕੰਪਾਊਂਡ ਇੰਟਰਸਟ। ਠੀਕ ਹੈ, ਕਿੰਨੇ ਦਾ ਡਿਫਰੈਂਸ ਹੈ 217 ਦਾ। ਠੀਕ ਹੈ, ਹੁਣ ਵੈਲਿਊ ਤੁਹਾਨੂੰ ਕਿਸ ਚੀਜ਼ ਦੀ ਗਿਵਨ ਹੈ, ਕਿੰਨਾ ਪੈਸਾ ਲਗਾਇਆ ਸੀ ਉਸਨੇ 8400। ਪੈਸਾ ਲਗਾਉਣ ਨੂੰ ਕੀ ਕਹਿੰਦੇ ਆ ਆਪਾਂ ਪ੍ਰਿੰਸੀਪਲ। ਤਾਂ ਯਾਨੀ ਕਿ 512 ਦੀ ਵੈਲਿਊ ਮੈਨੂੰ ਕੁਐਸਚਨ ਦੇ ਵਿੱਚ ਕਿੰਨੀ ਗਿਵਨ ਹੈ 8400। ਫਾਈਂਡ ਕੀ ਕਰਨਾ ਹੈ ਆਪਾਂ ਵਟ ਵੁੱਡ ਬੀ ਦਾ ਕੰਪਾਊਂਡ ਇੰਟਰਸਟ ਯਾਨੀ ਕਿ ਸੀਆਈ ਕਿੰਨਾ ਸੀਗਾ ਇਹ ਦੋਨਾਂ ਦਾ ਡਿਫਰੈਂਸ ਤੁਸੀਂ ਦੇਖਿਆ ਹੋਏਗਾ 217। ਠੀਕ ਹੈ, ਅਗਰ 512 ਦੀ ਵੈਲਿਊ 8400 ਹੈ ਤਾਂ 1 ਦੀ ਵੈਲਿਊ ਕਿੰਨੀ ਹੋਏਗੀ 8400 ਅਪੋਨ 512। ਤਾਂ 217 ਦੀ ਵੈਲਿਊ ਕਿੰਨੀ ਹੋਏਗੀ 8400 ਅਪੋਨ 512 ਇੰਟੂ 217। ਠੀਕ ਹੈ, ਸੋ ਹੁਣ ਜਦੋਂ ਤੁਸੀਂ ਸੋਲਵ ਕਰੋਗੇ, ਸੋਲਵ ਕਰਕੇ ਨੀਅਰ ਅਬਾਊਟ ਤੁਹਾਡੇ ਕੋਲ ਆਂਸਰ ਅਪਰੋਕਸੀਮੇਟਲੀ ਕਿੰਨਾ ਆਏਗਾ ਬੀ ਆਪਸ਼ਨ ਯਾਨੀ ਕਿ 3560.16। ਠੀਕ ਹੈ, ਤਾਂ ਇਸ ਕੁਐਸਚਨ ਨੂੰ ਆਪਾਂ ਐਵੇਂ ਵੀ ਕਰ ਸਕਦੇ ਹਾਂ, ਕਿਸੇ ਨੇ ਫਾਰਮੂਲਾ ਲਗਾਉਣਾ ਹੈ ਅਮਾਊਂਟ ਦਾ ਤਾਂ ਉਹ ਫਾਰਮੂਲਾ ਵੀ ਲਗਾ ਸਕਦਾ ਹੈ। ਠੀਕ ਹੈ, ਉਸ ਨਾਲ ਥੋੜਾ ਜਿਹਾ ਕੀ ਹੈ ਟਾਈਮ ਜ਼ਿਆਦਾ ਲੱਗ ਜਾਂਦਾ ਹੈ। ਠੀਕ ਹੈ, ਉਸ ਦੇ ਵਿੱਚ ਕੀ ਹੁੰਦਾ ਵੀ ਤੁਹਾਨੂੰ ਸਕੁਅਰ ਕਿਊਬ ਦੀ ਪ੍ਰੋਪਰ ਐਸਟੀਮੇਸ਼ਨ ਹੋਣੀ ਚਾਹੀਦੀ ਹੈ। ਠੀਕ ਹੈ, ਤਾਂ ਰਿਕਮੈਂਡ ਮੈਂ ਇਹੀ ਕਰੂੰਗਾ ਕਿ ਤੁਸੀਂ ਇਸੀ ਮੈਥਡ ਨੂੰ ਹੀ ਫੋਲੋ ਕਰ ਲਓ, ਹਰ ਇੱਕ ਕੁਐਸਚਨ ਇਸ ਨਾਲ ਨਿਕਲ ਜਾਊਗਾ। ਠੀਕ ਹੈ, ਸੋ ਉਮੀਦ ਕਰਦਾ ਸਭ ਨੂੰ ਅੱਜ ਦੀ ਕਲਾਸ ਇੰਟਰਸਟਿੰਗ ਲੱਗੀ ਹੋਏਗੀ। ਅੱਗੇ ਵੀ ਐਵੇਂ ਹੀ ਸੀਰੀਜ਼ ਫੋਲੋ ਕਰਦੇ ਰਹੋ ਤੇ ਆਪਣਾ ਪਿਆਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਆ ਕਰੋ। ਠੀਕ ਹੈ, ਕੁਛ ਚੇਂਜ ਵੀ ਅਗਰ ਚਾਹੀਦਾ ਹੈ ਤੁਹਾਨੂੰ ਤਾਂ ਤੁਸੀਂ ਉਹ ਵੀ ਰਿਕਮੈਂਡ ਕਮੈਂਟ ਸੈਕਸ਼ਨ ਦੇ ਵਿੱਚ ਕਰ ਸਕਦੇ ਹੋ। ਥੈਂਕ ਯੂ ਫॉर ਵਾਚਿੰਗ।